ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹਿਸ ਸਮਾਨਾ ਸੇਖ ਨਾਗ ਤੇਰੂ ਮਰਮ ਨ ਜਾਨਾ। ਸਨਕ ਸਨੰਦ ਮਹਿਸ ਸਮਾਨਾ ਸੇਖ ਨਾਗ ਤੇਰੂ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੈ ਵਸਾਈ। ਰਹਾਉ ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹਿ ਸਰ ਨਾਹੀ। ਕਹਿ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹਿ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੇ ਸਤਸੰਗ ਜਨੋਂ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਗੁਰੂ ਦਰ 'ਤੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਵਡਭਾਗੀ ਨੇ ਉਹ ਜੀਵ ਜਿਨ੍ਹਾਂ ਆਪਣੇ ਜੀਵਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਲਈ ਸਮਾਂ ਕੱਢਿਆ ਅਤੇ ਗੁਰੂ ਨੇ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰਕੇ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਸੋ ਜਿੱਥੇ ਗੁਰੂ ਨੂੰ ਪਿਆਰ ਵਾਲੀਆਂ ਸੰਗਤਾਂ ਸਾਹਿਬਾਂ ਦੇ ਚਰਨ ਪਰਸਦੀਆਂ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਪਾਵਨ ਪਵਿੱਤਰ ਆਪਣੇ ਅਗੰਮੀ ਬੋਲਾਂ ਦੇ ਰਾਹੀਂ ਆਪਣਾ ਮੁਖ ਵਾਕ ਸਰਵਣ ਕਰਾਉਂਦਿਆਂ ਅਧਿਆਤਮ ਜੀਵਨ ਦੀ ਇਹ ਸੋਝੀ ਬਖਸ਼ਿਸ਼ ਕੀਤੀ ਹੈ। ਅੱਜ ਦਾ ਪਾਵਨ ਮੁਖ ਵਾਕ ਧਨਾਸਰੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਵਿੱਚੋਂ ਸ਼੍ਰੋਮਣੀ ਭਗਤ
ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਦੀ ਪਾਵਨ ਰਚਨਾ ਤੋਂ ਇਹ ਦਰਗਾਹੀ ਬੋਲਾਂ ਦੀ ਆਮਦ ਹੋਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ। ਪਾਵਨ ਅੰਕ 691 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ, ਜਿਨ੍ਹਾਂ ਰਾਹੀਂ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ। ਸੰਤ ਸੰਗਤ ਰਾਮ ਹਿਰਦੈ ਵਸਾਈ। ਆਖਣ ਲੱਗੇ, ਮੈਂ ਸੰਤਾਂ ਦੀ ਸੰਗਤ ਦੇ ਵਿੱਚ ਰਹਿ ਕੇ, ਰਾਮ ਦਾ ਅਰਥ ਹੈ ਰਮਿਆ ਹੋਇਆ ਪਰਮਾਤਮਾ, ਹਿਰਦੈ ਦਾ ਅਰਥ ਹੈ ਹਿਰਦੇ, ਵਸਾਈ ਦਾ ਅਰਥ ਹੈ ਵਸਾਉਂਦਾ ਹਾਂ। ਆਓ ਕਿ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ, ਭਗਤ ਕਬੀਰ ਸਾਹਿਬ ਜੀ ਆਖ ਰਹੇ ਹਨ। ਆਓ ਇਹ ਸਾਰਿਆਂ ਨੂੰ ਗੱਲ ਸਮਝਾ ਰਹੇ ਹਨ ਕਿ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਣ ਦਾ ਇਹੀ ਇੱਕ ਤਰੀਕਾ ਹੈ ਕਿ ਆਪਾਂ ਗੁਰਮੁਖਾਂ ਦੀ, ਸੰਤਾਂ ਭਗਤਾਂ, ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ। ਉਸ ਸੰਗਤ ਵਿੱਚ ਰਹਿ ਕੇ ਉਹ ਪਰਮੇਸ਼ਰ ਹਿਰਦੇ 'ਚ ਟਿਕਦਾ ਹੈ। ਪਹਿਲੇ ਪਦੇ ਵਿੱਚ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਆਖਣ ਲੱਗੇ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਆਖਣ ਲੱਗੇ, ਹੇ ਭਾਈ, ਬ੍ਰਹਮਾ ਜੀ ਦੇ ਪੁੱਤਰ ਸਨਕ ਅਤੇ ਸਨੰਦ, ਮਹੇਸ਼ ਕਹਿੰਦੇ ਨੇ ਸ਼ਿਵ ਜੀ, ਸਮਾਨਾ ਦਾ ਅਰਥ ਹੈ ਵਰਗੇ, ਸੇਖ ਨਾਗ ਤੇਰੂ ਮਰਮ ਨਾ ਜਾਣਾ, ਕਹਿੰਦੇ ਵਿਸ਼ਨੂੰ ਜੀ ਦਾ ਸੇਵਕ ਹੈ ਸੇਖ ਨਾਗ। ਭਗਤ ਕਬੀਰ ਸਾਹਿਬ ਆਖ ਰਹੇ ਨੇ, ਹੇ ਪ੍ਰਭੂ, ਹੇ ਪਰਮਾਤਮਾ, ਉਸ ਸੇਖ ਨਾਗ ਨੇ ਜੋ ਹਰ ਰੋਜ਼ ਨਵਾਂ ਨਾਮ ਜਪਦਾ ਹੈ, ਹਜ਼ਾਰਾਂ ਹੀ ਫਨ ਹਨ, ਪਰ ਤੇਰੇ ਮਰਮ ਨੂੰ, ਤੇਰੇ ਭੇਦ ਨੂੰ, ਤੇਰੇ ਅੰਤ ਨੂੰ ਨਹੀਂ ਜਾਣਿਆ। ਅਸਲ ਵਿੱਚ ਆਦਿ ਕਾਲ ਤੋਂ ਕਿਤਨੇ ਹੀ ਦੇਵਤੇ, ਪੀਰ, ਪੈਗੰਬਰ ਐਸੇ ਹੋਏ ਜਿਨ੍ਹਾਂ ਨੇ ਰੱਬ ਦੇ ਅੰਤ ਪਾਉਣ ਦਾ ਯਤਨ ਕੀਤਾ। ਉਹਨਾਂ ਬਾਬਤ ਹੀ ਦੱਸ ਰਹੇ ਨੇ ਕਬੀਰ ਸਾਹਿਬ, ਪਰ ਉਹਨਾਂ ਨੇ ਤੇਰੇ ਮਰਮ ਨੂੰ, ਤੇਰੇ ਭੇਦ ਨੂੰ ਨਹੀਂ ਪਾਇਆ। ਫਿਰ ਆਖ ਰਹੇ ਨੇ, ਹਨੂਮਾਨ ਸਰ ਗਰੁੜ ਸਮਾਨਾ, ਕਹਿੰਦੇ ਸ੍ਰੀ ਰਾਮਚੰਦਰ ਜੀ ਦੇ ਭਗਤ ਹਨੂਮਾਨ ਜੀ ਅਤੇ ਪੰਛੀਆਂ ਦੇ ਰਾਜੇ ਗਰੁੜ ਤੇ ਵਿਸ਼ਨੂੰ ਦੇ ਭਗਤ ਗਰੁੜ ਨੇ ਵੀ, ਹੇ ਪਰਮਾਤਮਾ, ਤੇਰੇ ਭੇਦ ਨੂੰ ਨਹੀਂ ਜਾਣਿਆ। ਸੁਰਪਤ ਨਰਪਤ ਨਹੀਂ ਗੁਣ ਜਾਣਾ। ਦੇਵਤਿਆਂ ਦੇ ਰਾਜੇ ਭਾਉ ਇੰਦਰ ਜੀ ਅਤੇ ਨਰਪਤ ਮਨੁੱਖਾਂ ਦੇ ਰਾਜੇ, ਕਿਤਨੇ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ, ਪਰ ਨਹੀਂ ਗੁਣ ਜਾਣਾ। ਹੇ ਪਰਮਾਤਮਾ, ਤੇਰੇ ਇੱਕ ਵੀ ਗੁਣ ਨੂੰ ਉਹਨਾਂ ਨੇ ਨਹੀਂ ਜਾਣਿਆ, ਤੇਰੇ ਇੱਕ ਵੀ ਗੁਣ ਨੂੰ ਨਹੀਂ ਸਮਝੇ। ਕਿਉਂਕਿ ਵੈਸੇ ਤਾਂ ਮਾਲਕ ਦੇ ਅੰਦਰ ਬੇਅੰਤੀ ਗੁਣ ਨੇ, ਪਰ ਜੇ ਸਾਡੇ ਜੀਵਨ ਵਿੱਚ ਰੱਬ ਦਾ ਇੱਕ ਗੁਣ ਵੀ ਸਮਝ ਵਿੱਚ ਸਾਨੂੰ ਆ ਜਾਏ ਤਾਂ ਇੱਕ ਗੁਣ ਵੀ ਬਹੁਤ ਵੱਡੀ ਗੱਲ ਹੈ, ਜਿਸ ਨੂੰ ਸਤਿਗੁਰ ਕਹਿੰਦੇ ਨੇ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਜੇ ਕਣਕਾ ਹੀ ਵਸ ਜਾਏ ਕਿਤੇ ਜੀਵਨ 'ਚ, ਪਰ ਕਹਿੰਦੇ ਨੇ ਉਹਨਾਂ ਨੇ ਵੀ, ਹੇ ਪਰਮਾਤਮਾ, ਤੇਰੇ ਗੁਣਾਂ ਨੂੰ ਨਹੀਂ ਜਾਣਿਆ। ਚਾਰ ਵੇਦ ਅਰ ਸਿਮਰਤ ਪ੍ਰਾਣਾ, ਆਖਣ ਲੱਗੇ, ਚਾਰ ਵੇਦਾਂ ਦੇ ਰਚਨਹਾਰੇ ਬ੍ਰਹਮਾ ਜੀ, ਅਰ ਸਿਮਰਤ ਦਾ ਅਰਥ ਹੈ 27 ਸਿਮਰਤੀਆਂ ਦੇ ਰਚਨਹਾਰੇ ਮਨੂ ਜੀ, ਪੁਰਾਣਾ 18 ਪੁਰਾਣਾਂ ਦੇ ਰਚਨਹਾਰੇ ਵੱਖ ਵੱਖ 18 ਰਿਸ਼ੀ ਮੁਨੀ, ਜਿਨ੍ਹਾਂ ਨੇ 18 ਪੁਰਾਣ ਉਚਾਰਨ ਕੀਤੇ। ਹੇ ਪ੍ਰਭੂ, ਉਹਨਾਂ ਨੇ ਵੀ ਤੇਰੇ ਗੁਣਾਂ ਦਾ ਮਰਮ ਭੇਦ ਨਹੀਂ ਜਾਣਿਆ, ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪ੍ਰਾਪਤ ਕੀਤਾ। ਕਵਲਾ ਪਤ, ਇਹਨੂੰ ਪਾਠ ਕਰਾਂਗੇ, ਕਮਲਾ ਪਤ ਕਵਲਾ ਨਹੀਂ ਜਾਣਾ। ਪਹਿਲਾ ਅੱਖਰ ਹੈ ਕੱਕਾ, ਮੰਮਾ ਤੇ ਲੱਲੇ ਨੂੰ ਕਰਨਾ, ਕਮਲਾ। ਦੂਜਾ ਹੈ ਕੱਕਾ, ਵਾਵਾ ਤੇ ਲੱਲੇ ਨੂੰ ਕਰਨਾ, ਕਵਲਾ। ਦੋਨਾਂ 'ਚ ਫਰਕ ਰੱਖਣਾ ਹੈ, ਦੋਨਾਂ ਨੂੰ ਕਮਲਾ ਅੱਖਰ ਨਹੀਂ ਕਹਿਣਾ। ਅਰਥ ਭਾਵੇਂ ਦੋਨਾਂ ਦੇ
ਕਮਲਾ ਪਦ ਦਾ ਅਰਥ ਹੈ, ਕਮਲਾ ਕਹਿੰਦੇ ਨੇ ਮਾਇਆ ਨੂੰ, ਮਾਇਆ ਦੇ ਪਤੀ ਲਕਸ਼ਮੀ ਦੇ ਪਤੀ ਭਾਵ ਵਿਸ਼ਨੂੰ। ਕਮਲਾ ਕਹਿੰਦੇ ਨੇ ਲਕਸ਼ਮੀ ਨੂੰ, ਮਾਇਆ ਨੂੰ। ਆਖਣ ਲੱਗੇ ਮਾਇਆ ਦੇ ਪਤੀ ਲਕਸ਼ਮੀ ਦੇ ਪਤੀ ਵਿਸ਼ਨੂੰ ਜੀ, ਤੇ ਲਕਸ਼ਮੀ ਜੀ ਨੇ ਵੀ ਹੇ ਪਰਮਾਤਮਾ ਨਹੀਂ ਜਾਣਾ, ਤੈਨੂੰ ਨਹੀਂ ਜਾਣਿਆ। ਕਮਲਾ ਪਤ ਕਬਲਾ ਨਹੀਂ ਜਾਣਾ, ਤੇ ਆਖਰ ਨੇ ਕਹਿ ਕਬੀਰ ਸੋ ਭਰਮੈ ਨਾਹੀ। ਕਬੀਰ ਸਾਹਿਬ ਆਖਦੇ ਹਨ ਇਹ ਸਾਰਾ ਸੰਸਾਰ ਜਿਹੜਾ ਹੈ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਹੋਰ ਦੇ ਪਿੱਛੇ ਲੱਗ ਕੇ ਭਰਮਾਂ ਵਿੱਚ ਪੈ ਰਿਹਾ ਹੈ। ਸੰਸਾਰ ਭਟਕ ਰਿਹਾ ਹੈ, ਪਰ ਉਹ ਮਨੁੱਖ ਭਟਕਣਾ ਵਿੱਚ ਨਹੀਂ ਪੈਂਦਾ, ਭਰਮਾਂ ਵਿੱਚ ਨਹੀਂ ਪੈਂਦਾ। ਕੌਣ? ਪਗ ਲਗ ਰਾਮ ਰਹਿ ਸਰਨਾਈ। ਪਗ ਲਗ ਦਾ ਅਰਥ ਇੱਥੇ ਆਇਆ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਸੰਤਾਂ ਭਗਤਾਂ ਦੀ ਸੰਗਤ ਕਰਦਾ ਹੈ। ਕਹਿੰਦੇ ਉਹਨਾਂ ਦੇ ਚਰਨਾਂ ਨਾਲ ਲੱਗਿਆ ਹੋਇਆ ਮਨੁੱਖ ਉਹ ਭਟਕਣਾ ਵਿੱਚ ਨਹੀਂ ਪੈਂਦਾ। ਨਹੀਂ ਤੇ ਸਾਰਾ ਜਗਤ ਹੀ, ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਭਟਕਣਾ ਵਿੱਚ ਪੈ ਰਿਹਾ, ਪਰਮਾਤਮਾ ਨੂੰ ਛੱਡ ਕੇ, ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰ ਦੇ ਪਿੱਛੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੋਇਆ, ਤੇ ਉਹ ਭਟਕਣਾ ਵਿੱਚ ਹੀ ਹੈ, ਤੇ ਮਨੁੱਖ ਭਟਕ ਹੀ ਰਿਹਾ ਔਰ ਉਸ ਨੂੰ ਸਹੀ ਰਸਤਾ ਜੀਵਨ ਦਾ ਨਹੀਂ ਪ੍ਰਾਪਤ ਹੋ ਰਿਹਾ। ਪਰ ਉਹ ਮਨੁੱਖ ਹੈ ਜਿਹੜਾ ਕਿ ਗੁਰੂ ਦੇ ਚਰਨੀ ਲੱਗ ਜਾਂਦਾ ਹੈ, ਸੰਤਾਂ ਭਗਤਾਂ ਦੀ ਸੰਗਤ ਵਿੱਚ ਰਹਿੰਦਾ ਹੈ। ਕਹਿੰਦੇ ਉਹ ਭਰਮਾਂ ਵਿੱਚ ਨਹੀਂ ਪੈਂਦਾ, ਤੇ ਕਰਦਾ ਕੀ ਹੈ? ਰਾਮ ਰਹਿ ਸਰਨਾਈ। ਉਹ ਪਰਮਾਤਮਾ ਦੀ ਸ਼ਰਨ ਵਿੱਚ ਹੀ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਨਾਲ ਹੀ ਜੁੜਿਆ ਰਹਿੰਦਾ। ਇੱਥੇ ਭਗਤ ਕਬੀਰ ਸਾਹਿਬ ਜੀ ਇਹ ਗੱਲ ਸਮਝਾਉਣਾ ਚਾਹੁੰਦੇ ਹਨ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਪਰਮੇਸ਼ਰ ਨੂੰ ਜੇ ਅਸੀਂ ਹਿਰਦੇ 'ਚ ਵਸਾਉਣਾ ਚਾਹੁੰਦੇ ਹਾਂ ਤਾਂ ਗੁਰੂ ਦੀ ਸੰਗਤ ਤੋਂ ਬਿਨਾਂ, ਸੰਤਾਂ ਭਗਤਾਂ ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਪਰਮਾਤਮਾ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਜਾ ਸਕਦਾ। ਹਿਰਦੇ ਵਿੱਚ ਵਸਣ ਦਾ ਤਰੀਕਾ ਇਹੀ ਹੈ ਕਿ ਅਸੀਂ ਗੁਰੂ ਦੀ ਸੰਗਤ ਕਰੀਏ, ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਵਿੱਚ ਪਰਮਾਤਮਾ ਨੂੰ ਵਸਾਈਏ, ਵਾਹਿਗੁਰੂ ਦੀ ਸਿਫਤ ਕਰੀਏ। ਔਰ ਇਹ ਗੱਲ ਵੀ ਜਾਣ ਲਈਏ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਉਹਦਾ ਭੇਦ, ਉਹਦਾ ਮਰਮ ਨਹੀਂ ਪਾ ਸਕਦਾ ਕਿ ਰੱਬ ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਦੁਨੀਆ ਵਿੱਚ ਜਿੰਨਾ ਮਰਜ਼ੀ ਕੋਈ ਜਤੀ ਤਪੀ ਸਮਾਧੀ ਲੀਨ ਹੋਵੇ, ਪਰ ਵਾਹਿਗੁਰੂ ਦੇ ਮਨ ਵਿੱਚ ਕੀ ਹੈ? ਭਗਤ ਕਬੀਰ ਸਾਹਿਬ ਜੀ ਇਹ ਆਖ ਰਹੇ ਨੇ ਕਿ ਕੋਈ ਵੀ ਉਸ ਪਰਮਾਤਮਾ ਦੇ ਅੰਦਰ, ਉਸਦੇ ਮਨ ਵਿੱਚ ਉਸਦਾ ਭੇਦ ਕੋਈ ਨਹੀਂ ਜਾਣ ਸਕਦਾ। ਉਸ ਨੂੰ ਕੋਈ ਨਹੀਂ ਜਾਣ ਸਕਦਾ ਕਿ ਉਸ ਮਾਲਕ ਦੇ ਦਿਲ ਦਾ ਜਿਹੜਾ ਰਾਜ ਹੈ ਉਹ ਕਿਸੇ ਨੂੰ ਨਹੀਂ ਪਤਾ। ਗੁਰੂ ਕਿਰਪਾ ਕਰੇ ਅਸੀਂ ਜਾਣਨ ਦਾ ਯਤਨ ਵੀ ਨਾ ਕਰੀਏ, ਕਿਉਂਕਿ ਜੇ ਜਾਣ ਹੀ ਨਹੀਂ ਸਕਦੇ ਫਿਰ ਉਸ ਦਾ ਲਾਭ ਵੀ ਕੋਈ ਨਹੀਂ ਹੈ। ਅੰਤ ਫਿਰ ਇਹੀ ਆਖਾਂਗੇ ਕਿ ਪਰਮਾਤਮਾ ਤੋਂ ਵੱਡਾ ਹੈ, ਬੇਅੰਤ ਹੈ, ਨੇਤੀ ਹੈ। ਇਸ ਕਰਕੇ ਚੰਗਾ ਹੋਵੇ ਕਿ ਅਸੀਂ ਉਸ ਪਰਮਾਤਮਾ ਦੇ ਦਿਲ ਦਾ ਰਾਜ ਜਾਣਨ ਦੀ ਕੋਸ਼ਿਸ਼ ਨਾ ਕਰੀਏ, ਸਗੋਂ ਯਤਨ ਕਰੀਏ ਕਿ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੀਏ, ਮਾਲਕ ਦੇ ਚਰਨਾਂ ਨਾਲ ਜੁੜੀਏ, ਤੇ ਉਸ ਨੂੰ ਵਡਿਆ ਕੇ ਉਹਦੀ ਸਿਫਤ ਸਲਾਹ ਕਰਕੇ ਉਸ ਮਾਲਕ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰੀਏ। ਜਿਹੜੇ ਆਪਣੇ ਹਿਰਦੇ ਵਿੱਚ ਮਾਲਕ ਦੀ ਯਾਦ ਨੂੰ ਵਸਾ ਲੈਂਦੇ ਨੇ ਉਹਨਾਂ ਦੇ ਫਿਰ ਹੋ ਜਾਣਗੇ ਇਹ ਲੋਕ ਸੁਖੀਏ, ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਇਹ ਸਨ ਮੁੱਖ ਵਾਕ ਦੇ ਅਰਥ ਜੋ ਆਪ ਜੀਆਂ ਨਾਲ ਸਾਂਝੇ ਕੀਤੇ। ਆਓ